Today we will start new chapter, any number of forces acting at a point. इस चैप्टर ਵਿੱਚ ਅਸੀਂ ਸਟੱਡੀ ਕਰਨਾ ਹੈ ਕਿ ਸਾਡੇ ਕੋਲ ਜਿਹੜੀਆਂ ਫਾਈਨਾਈਟ ਨੰਬਰ ਆਫ ਫੋਰਸਿਸ ਹੈ ਉਹ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ। ਲਾਸਟ ਚੈਪਟਰ 'ਚ ਅਸੀਂ ਸਟੱਡੀ ਕੀਤਾ ਸੀ ਕਿ ਇੱਕ ਪੁਆਇੰਟ ਤੇ ਦੋ ਫੋਰਸਿਸ ਐਕਟ ਕਰ ਰਹੀਆਂ ਹੋਣ, ਦੈਨ ਅਸੀਂ ਉਹਨਾਂ ਦਾ ਰਿਜ਼ਲਟੈਂਟ ਫਾਈਂਡ ਆਊਟ ਕੀਤਾ ਸੀ। ਲੈਮਿਸ ਥਿਊਰਮ ਕੀਤੀ ਸੀ ਫॉर 3 ਫੋਰਸਿਸ ਐਕਟਿੰਗ ਐਟ ਅ ਪੁਆਇੰਟ। बट इस चैप्टर ਦੇ ਵਿੱਚ ਅਸੀਂ ਕਰਾਂਗੇ एनी नंबर ऑफ फोर्सेस, मतलब 1 2 3 अप टू सो ऑन n नंबर ऑफ फोर्सेस ਇੱਕ ਪੁਆਇੰਟ ਤੇ ਐਕਟ ਕਰਦੀਆਂ। ਠੀਕ, ਸਾਡਾ ਇਹਦਾ ਫਰਸਟ ਆਰਟੀਕਲ ਹੈ ਐਨਾਲਿਟਿਕ ਮੈਥਡ ਆਫ ਫਾਈਂਡਿੰਗ ਦਾ ਰਿਜ਼ਲਟੈਂਟ ਆਫ ਐਨੀ ਨੰਬਰ ਆਫ ਕੋਪਲੇਨਰ ਕੌਨਕਰੈਂਟ ਫੋਰਸਿਸ। ਕੋਪਲੇਨਰ ਮੀਨਸ लाई इन वन प्लेन, ਉਹ ਫੋਰਸਿਸ ਜਿਹੜੀਆਂ ਇੱਕ ਪਲੇਨ ਵਿੱਚ ਲਾਈ ਕਰਦੀਆਂ ਉਹਨਾਂ ਫੋਰਸਿਸ ਨੂੰ ਆਪਾਂ ਬੋਲਦੇ ਹਾਂ ਕੋਪਲੇਨਰ ਫੋਰਸਿਸ। कॉन्कुरेंट फोर्सेस मीन लाई एट वन पॉइंट, ਜਿਹੜੀਆਂ ਇੱਕ ਪੁਆਇੰਟ ਤੇ ਐਕਟ ਕਰਦੀਆਂ। ਕੋਪਲੇਨਰ ਮਤਲਬ ਇੱਕ ਪਲੇਨ ਚ ਲਾਈ ਕਰਦੀਆਂ, ਸੇਮ ਪਲੇਨ ਚ ਲਾਈ ਕਰਦੀਆਂ। ਕੌਨਕਰੈਂਟ ਮਤਲਬ ਇੱਕ ਪੁਆਇੰਟ ਤੇ ਜਿੰਨੀਆਂ ਵੀ ਨੰਬਰ ਆਫ ਫੋਰਸਿਸ ਹੈ, ਜਿੰਨੀਆਂ ਵੀ ਸਾਡੇ ਕੋਲ ਫੋਰਸਿਸ ਨੇ, ਸਾਰੀ ਦੀਆਂ ਸਾਰੀਆਂ ਫੋਰਸਿਸ ਐਕਟ ਕਿੱਥੇ ਕਰ ਰਹੀਆਂ? ਇੱਕ ਪੁਆਇੰਟ ਤੇ ਐਕਟ ਕਰ ਰਹੀਆਂ। ਐਦਾਂ ਦੀਆਂ ਫੋਰਸਿਸ ਨੂੰ ਅਸੀਂ ਬੋਲਦੇ ਹਾਂ ਕੋਪਲੇਨਰ ਕੌਨਕਰੈਂਟ ਫੋਰਸਿਸ। ਠੀਕ, ਹੁਣ ਅਸੀਂ ਫਾइंड आउट करना ਇਹਨਾਂ ਦਾ ਰਿਜ਼ਲਟੈਂਟ। ਸਾਡੇ ਕੋਲ ਕੋਪਲੇਨਰ ਕੌਨਕਰੈਂਟ ਫੋਰਸਿਸ ਨੇ, ਅਸੀਂ ਇਹਨਾਂ ਸਾਰੀਆਂ ਫੋਰਸਿਸ ਦਾ ਕੀ ਫਾइंड ਕਰਨਾ ਹੈ? ਰਿਜ਼ਲਟੈਂਟ ਫਾइंड ਕਰਨਾ ਹੈ। ਅਸੀਂ ਲੈ ਲਿਆ ਸਾਡੇ ਕੋਲ ਲੈਟ, ਪ੍ਰੂਫ ਹੈ ਸਾਡਾ ਲੈਟ F1 F2 F3 ਅਪ ਟੂ ਸੋ ਔਨ Fn be finite number of coplanar forces acting at O। ਅਸੀਂ ਆਪਣੀਆਂ n ਫੋਰਸਿਸ ਲੈ ਲਈਆਂ F1 F2 ਅਪ ਟੂ ਸੋ ਔਨ Fn। ਇਹ ਸਾਰੀਆਂ ਫੋਰਸਿਸ ਕੋਪਲੇਨਰ ਫੋਰਸਿਸ ਹੈ ਐਂਡ ਕੌਨਕਰੈਂਟ ਕਰਕੇ ਸਾਰੀਆਂ ਕਿਹੜੇ ਪੁਆਇੰਟ ਤੇ ਲਾਈ ਕਰ ਰਹੀਆਂ? O ਪੁਆਇੰਟ ਤੇ, ਇੱਕ ਪੁਆਇੰਟ ਤੇ ਐਕਟ ਕਰ ਰਹੀਆਂ O ਤੇ। ਐਂਡ ਮੇਕਿੰਗ ਐਂਗਲ ਅਲਫਾ 1 ਅਲਫਾ 2 ਅਲਫਾ 3 ਐਂਡ ਅਲਫਾ ਐਨ ਰਿਸਪੈਕਟਿਵਲੀ ਵਿਦ ਫਿਕਸ ਡਾਇਰੈਕਸ਼ਨ OX। ਦੇਖੋ ਸਾਡੀ ਫਿਗਰ ਇਹ ਬਣੇਗੀ। ਤੁਸੀਂ ਇੱਕ ਫਿਕਸ ਡਾਇਰੈਕਸ਼ਨ, ਪਹਿਲਾਂ ਆਪਣਾ ਕਾਰਟੀਜ਼ੀਅਨ ਪਲੇਨ ਲੈ ਲਿਆ OX ਐਂਡ OY। ਠੀਕ, ਕਾਰਟੀਜ਼ੀਅਨ ਪਲੇਨ ਲੈ ਲਿਆ OX ਐਂਡ OY। ਸਾਡੇ ਕੋਲ ਜਿਹੜੀਆਂ ਫੋਰਸਿਸ ਨੇ, ਨੰਬਰ ਆਫ ਫੋਰਸਿਸ ਉਹ F1 F2 F3 ਅਪ ਟੂ ਸੋ ਔਨ ਕਿੰਨੀਆਂ ਫੋਰਸਿਸ ਲੈ ਲਈਆਂ ਆਪਾਂ? Fn। F1 ਫੋਰਸਿਸ ਇੱਕ ਪਰਟੀਕੂਲਰ ਡਾਇਰੈਕਸ਼ਨ ਸੇ x ਐਕਸਿਸ ਦੇ ਨਾਲ ਕਿੰਨਾ ਐਂਗਲ ਬਣਾ ਰਹੀ ਹੈ? ਮੇਕਸ ਐਨ ਐਂਗਲ ਅਲਫਾ 1। F1 ਫੋਰਸ ਦਾ x ਦੇ ਨਾਲ ਐਂਗਲ ਹੈ ਅਲਫਾ 1। F2 ਫੋਰਸ ਦਾ x ਦੇ ਨਾਲ ਐਂਗਲ ਹੈ ਅਲਫਾ 2। F3 ਫੋਰਸ ਦਾ ਅਸੀਂ ਐਂਗਲ ਲੈ ਲਿਆ ਅਲਫਾ 3 ਕਿਹਦੇ ਨਾਲ? x ਐਕਸਿਸ ਨਾਲ। ਇਸ ਤਰ੍ਹਾਂ ਹੀ ਅਸੀਂ ਜਿਹੜਾ Fn ਦਾ ਐਂਗਲ ਹੈ, ਦੇਖੋ ਅਸੀਂ ਡਾਇਰੈਕਸ਼ਨ ਕਿੱਦਾਂ ਲੈ ਰਹੇ ਹਾਂ, ਸਾਰਾ ਐਂਗਲ ਆਏਗਾ Fn ਲਈ। ਇਹ ਅਸੀਂ ਕਿੰਨਾ ਲੈ ਲਿਆ? ਅਲਫਾ n। ਠੀਕ, ਆ ਜਿਹੜਾ ਸਾਡਾ ਐਂਗਲ ਹੋਏਗਾ, ਆ ਸਾਰਾ ਐਂਗਲ, ਪੂਰਾ ਐਂਗਲ ਇਹ ਹੋਏਗਾ ਅਲਫਾ n। F3 ਦਾ ਸਾਰਾ ਐਂਗਲ ਹੋਏਗਾ ਅਲਫਾ 3। सिमिलरली F2 ਦਾ ਐਂਗਲ ਹੋਏਗਾ ਅਲਫਾ 2 ਔਰ F1 ਦਾ ਐਂਗਲ ਹੋਏਗਾ ਅਲਫਾ 1 ਹੋਏਗਾ। ਠੀਕ, ਸੋ ਅਸੀਂ ਜੋ ਲਿਖਿਆ ਉਹੀ ਅਸੀਂ ਆਪਣੀ ਫਿਗਰ 'ਚ ਡਰਾ ਕਰ ਲਿਆ। ਇਹ ਤਿੰਨੋਂ ਫੋਰਸਿਸ ਕਿਹੜੇ ਪੁਆਇੰਟ ਤੇ ਐਕਟ ਕਰ ਰਹੀਆਂ? O। ਠੀਕ, ਲੈਟ R ਬੀ ਦਾ ਰਿਜ਼ਲਟੈਂਟ ਆਫ ਗਿਵਨ ਫੋਰਸਿਸ। ਇਹਨਾਂ ਸਾਰੀਆਂ ਫੋਰਸਿਸ ਦਾ ਅਸੀਂ ਰਿਜ਼ਲਟੈਂਟ ਲੈ ਲਿਆ ਸੇ R। ਪਤਾ ਨਹੀਂ ਸਾਨੂੰ ਵੈਸੇ ਕਿੱਥੇ ਲਾਈ ਕਰੇਗਾ, ਅਸੀਂ ਆਰਬਿਟਰੀ ਲੈ ਲਿਆ ਕਿ ਇਹ ਕਿੱਥੇ ਲਾਈ ਕਰ ਰਿਹਾ? ਇੱਥੇ ਲਾਈ ਕਰ ਰਿਹਾ ਔਰ ਇਹਦਾ ਐਂਗਲ ਕਿੰਨਾ ਹੈ? x ਐਕਸਿਸ ਦੇ ਨਾਲ ਥੀਟਾ ਐਂਗਲ ਬਣਾ ਰਿਹਾ ਹੈ। ਇੱਕ ਫਿਕਸ ਡਾਇਰੈਕਸ਼ਨ ਦੇ ਨਾਲ ਕਿੰਨਾ ਐਂਗਲ ਜਨਰੇਟ ਕਰ ਰਿਹਾ? ਇਹ ਮੇਕ ਕਰ ਰਿਹਾ ਥੀਟਾ। ਠੀਕ, let R be the resultant of given forces, make an angle theta with OX and let OY be drawn perpendicular to OX and OY ਅਸੀਂ drawn ਕੀਤੀ ਹੋਈ ਹੈ perpendicular to OX। since ਹੁਣ ਅਸੀਂ find ਕਰਨਾ ਹੈ R resultant ਦਾ magnitude and direction। ਹੁਣ ਸਾਨੂੰ ਪਤਾ ਹੈ resolve part of resultant of a number of coplanar concurrent forces in any direction is equal to the algebraic sum of the resolve part of the component forces in that direction। ਹੁਣ ਦੇਖੋ ਉਹ ਕੀ ਕਹਿ ਰਹੇ? resolve part of the resultant। ਅਗਰ ਤੁਸੀਂ resultant ਦਾ resolve part ਨਿਕਾਲੋ, resolve part ਮੈਂ ਤੁਹਾਨੂੰ ਦੱਸਿਆ ਹੋਇਆ ਕਿੱਦਾਂ ਨਿਕਾਲਦੇ ਆ। ਦੇਖੋ ਹੁਣ ਸਾਡੇ ਕੋਲ ਹੈ ਇੱਕ x ਐਕਸਿਸ ਹੈ, ਇੱਕ y ਐਕਸਿਸ ਹੈ। ਠੀਕ, ਪਰਪੈਂਡੀਕੂਲਰ ਐਕਸਿਸ, ਇਹਨਾਂ 'ਚ ਐਂਗਲ ਹੈ 90। ਇੱਥੇ ਸਾਡਾ ਰਿਜ਼ਲਟੈਂਟ ਲਾਈ ਕਰ ਰਿਹਾ R, ਮੇਕਸ ਐਨ ਐਂਗਲ ਥੀਟਾ ਵਿਦ x ਐਕਸਿਸ। ਹੁਣ ਤੁਸੀਂ R ਦਾ ਰਿਜ਼ੋਲਵ ਪਾਰਟ ਦੱਸੋ। ਅਲੋਂਗ x ਐਕਸਿਸ ਹੋਏਗਾ ਸਾਡੇ ਕੋਲ R cos ਥੀਟਾ।
ਸੋ ਆਰ ਦਾ ਰਿਜ਼ਲਟੈਂਟ ਦਾ ਰਿਜ਼ੋਲਵ ਪਾਰਟ along x axis ਹੋਏਗਾ r cos theta because ਜਿਹੜੀ ਡਾਇਰੈਕਸ਼ਨ ਜੋ ਐਂਗਲ ਬਣਾ ਰਿਹਾ ਹੁੰਦਾ ਉਸ ਡਾਇਰੈਕਸ਼ਨ 'ਚ ਉਸ ਫੋਰਸ ਦਾ ਕੰਪੋਨੈਂਟ ਹੁੰਦਾ cos theta ਤੇ ਆਪੋਜ਼ਿਟ ਡਾਇਰੈਕਸ਼ਨ 'ਚ ਕੀ ਹੋਏਗਾ r sin theta। ਉਹ ਬੋਲ ਰਿਹਾ since the resolved part of the resultant of any number of coplanar forces ਆ ਹੋਇਆ resolved part is equal to the ਇਹ ਕਿਹਦੇ ਇਕੁਅਲ ਆਏਗਾ algebraic sum मतलब sum करना है ਕਿਹਦਾ ਸਮ ਕਰਨਾ ਹੈ ਰਿਜ਼ੋਲਵ ਪਾਰਟਸ ਆਫ ਕੰਪੋਨੈਂਟ ਫੋਰਸਿਸ ਇਨ that ਡਾਇਰੈਕਸ਼ਨ ਮਤਲਬ ਜਿੰਨੀਆਂ ਵੀ ਸਾਡੇ ਕੋਲ ਫੋਰਸਿਸ ਲਾਈ ਕਰਦੀਆਂ ਆ ਜਿਹੜਾ ਇਹਦਾ ਰਿਜ਼ੋਲਵ ਪਾਰਟ ਦਾ ਰਿਜ਼ਲਟੈਂਟ ਦਾ ਰਿਜ਼ੋਲਵ ਪਾਰਟ ਹੈ ਜਿੰਨਾ ਉਹ ਐਕਸ ਐਕਸਿਸ ਨਾਲ ਐਂਗਲ ਬਣਾ ਰਿਹਾ ਉਹ ਕਿਹਦੇ ਇਕੁਅਲ ਆਏਗਾ ਅਲਜਬਰਾਇਕ ਸਮ ਆਫ ਦਾ ਫੋਰਸਿਸ ਰਿਜ਼ੋਲਵ ਪਾਰਟ ਆਫ ਦਾ ਕੰਪੋਨੈਂਟ ਫੋਰਸਿਸ ਮਤਲਬ ਅਗਰ ਅਸੀਂ ਇਹਨੂੰ ਰਿਜ਼ੋਲਵ ਕਰੀਏ रिजल्टेंट का जिहड़ा कंपोनेंट है along x एक्सिस आएगा r cos थीटा ठीक विच इज इक्वल्स टू इसे डायरेक्शन फोर्सेस के कंपोनेंट भी निकाल लेने f1 का कंपोनेंट along x एक्सिस हुण f1 कितना एंगल बना रही है साडे कोल जिहड़ी f1 है वो x एक्सिस नाल अल्फा 1 बना रही है ठीक सो इहदा इधर कंपोनेंट होएगा f1 cos अल्फा 1 सिमिलरली f2 भी x एक्सिस नाल अल्फा 2 बना रही है वो हो जाएगा f2 cos अल्फा 2 सिमिलरली f3 cos अल्फा 3 अप टू सो ऑन fn cos अल्फा n सो ये साडे कोल आ जाएगी विच इज इक्वल्स टू असीं इहनूं x लिख लैंदे आ से ये आ गई साडे कोल इक्वेशन नंबर 1 ठीक ये आया साडे कोल रिजोल्विंग along OX ਅਸੀਂ ਸਾਰੀਆਂ ਫੋਰਸਿਸ ਨੂੰ OX ਦੇ along ਰਿਜ਼ੋਲਵ ਕਰ ਲਿਆ ਠੀਕ ਸਿਮਿਲਰਲੀ ਅਸੀਂ ਰਿਜ਼ੋਲਵਿੰਗ along OY ਅਸੀਂ OY ਦੇ along ਵੀ ਰਿਜ਼ੋਲਵ ਕਰ ਲੈਣਾ ਹਾਂਜੀ OY ਦੇ along ਰਿਜ਼ੋਲਵ ਕਰੋ ਸਾਡੇ ਕੋਲ ਕੀ ਆਏਗਾ ਹੁਣ R ਦਾ ਜਿਹੜਾ ਕੰਪੋਨੈਂਟ ਹੈ x एक्सिस रिजोल्व पार्ट x एक्सिस ਦੇ along ਆਇਆ r cos थीटा y एक्सिस ਦੇ along ਕੀ ਆਏਗਾ r sin थीटा सिमिलरली सारियां फोर्सेस ਦਾ along y एक्सिस रिजोल्व पार्ट क्या आएगा फर्स्ट ਦਾ f1 ਜੇ ਉਹਦਾ x एक्सिस ਨਾਲ अल्फा 1 एंगल ਸੀ f1 ਦਾ ਤਾਂ x एक्सिस ਵਾਲੇ ਦਾ cos ਸੀਗਾ y ਵੱਲ sin ਸੋ ਆਏਗਾ f1 sin अल्फा 1 ਜਿੱਥੇ ਤੇ cos ਉੱਥੇ sin ਆ ਜਾਏਗਾ f2 sin अल्फा 2 f3 sin अल्फा 3 up to so on fn sin अल्फा n ਇਹਨੂੰ ਅਸੀਂ y ਕਰ ਲਿਆ ਸੀ ਕੈਪੀਟਲ y ਇਹ ਸਾਡੇ ਕੋਲ ਬਣ ਗਈ ਇਕੁਏਸ਼ਨ ਨੰਬਰ 4 ਹੁਣ ਸਾਡੇ ਕੋਲ ਹੈ ਰਿਜ਼ਲਟੈਂਟ r ਰਿਜ਼ਲਟੈਂਟ ਨਿਕਾਲਣਾ ਅਸੀਂ ਕੀ ਕਰਾਂਗੇ ਸਾਡੇ ਕੋਲ r cos थीटा है r sin थीटा है स्क्वायरिंग ਕਰਾਂਗੇ ਐਡਿੰਗ ਕਰਾਂਗੇ स्क्वायरिंग इक्वेशन 1 स्क्वायरिंग एंड एडिंग इक्वेशन 1 एंड 2 देखो जिद्दां असी आर्टिकल करना सेम उसी तरह असी सम भी करने हैं सो स्क्वायरिंग एडिंग करो फर्स्ट आ जाएगा आर स्क्वायर कॉस स्क्वायर थीटा प्लस इहदी लेफ्ट साइड आएगी आर स्क्वायर साइन स्क्वायर थीटा तुसी फर्स्ट इक्वेशन नूं स्क्वायर कीता प्लस सैकेंड इक्वेशन लेफ्ट साइड आ गई साडे कोल सिमिलरली जो तुसी इहदा भी स्क्वायर करोगे साडे कोल इहदा स्क्वायर करके क्या आ जाएगा एक्स स्क्वायर असीं इहनूं इक्वल्स टू एक्स लिखिया होया ना इज इक्वल्स टू एक्स स्क्वायर प्लस इस सारी नूं असीं की से कीता होया इहदी राइट हैंड साइड नूं असीं वाई से कीता होया सो साडे कोल आ जाएगा वाई स्क्वायर हुण आर स्क्वायर कॉमन साइन स्क्वायर थीटा प्लस कॉस स्क्वायर थीटा इक्वल्स टू एक्स स्क्वायर प्लस वाई स्क्वायर साडे कोल आ जाएगा आर स्क्वायर साइन स्क्वायर थीटा प्लस कॉस स्क्वायर थीटा इज 1 एक्स स्क्वायर प्लस वाई स्क्वायर देयरफॉर आर इज अंडर रूट एक्स स्क्वायर प्लस वाई स्क्वायर ठीक ये साडे कोल आ गई इक्वेशन नंबर 3 ये आ गया साडे कोल रिजल्टेंट ऑफ एनी नंबर ऑफ कोप्लेनर कॉन्करेंट फोर्सेस हुण डायरेक्शन फाइंड करने लिए असीं थीटा निकालांगे डिवाइडिंग इक्वेशन 2/1 सो साडे कोल असीं 2 नूं 1 नाल डिवाइड कर दांगे की आ जाएगा आर साइन थीटा अपॉन आर कॉस थीटा विच इक्वल्स टू आर साइन थीटा नूं असीं क्या मार्क कीता होया वाई और आर कॉस थीटा नूं असीं एक्स वो साडे कोल आ जाएगा वाई अपॉन एक्स
x ਕੀ ਆਏਗਾ ਨॉन ਜ਼ੀरो। ठीक, सो साडे कोल ये आ गया r ਨਾਲ कैंसल, tan थीटा इज y अपॉन x where x is नॉन ਜ਼ੀरो। सो ये साडे कोल आ गई विच गिव्स अ डायरेक्शन ऑफ रिजल्टेंट। ये आ जाएगा साडे को रिजल्टेंट दी डायरेक्शन। सो जिस तरह असीं हुण आर्टिकल सॉल्व कीता सी, फर्स्ट क्या कीता, सानू हर फोर्स का कंपोनेंट एक्स एक्सिस ना पता सी और हर फोर्स रिजोल्व कर ली वाई दे नाल एंगल नहीं पता सी, एक्स नाल पता सी। सो तुसी इहनू रिजोल्व कर लिया, रिजोल्व करके आर कॉस थीटा साइन थीटा आ गया, फिर तुसी स्केयरिंग एडिंग की, साडे डिवाइड करके आ गया टैन थीटा। सो इस वे नाल ही असीं अपने सारे क्वेश्चनस करने ने जिद्दां आर्टिकल कीता है।